ਓੰਕਾਰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੁਖ ਦੁਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਹਰਖ ਸੋਗ ਤੇ ਰਹਿ ਅਤੀਤਾ ਤਿਨ ਜਗ ਤਤ ਪਛਾਨਾ। ਤ੍ਰਹਿ ਗੁਣ ਮੈਂ ਵਰਤੈ ਸੰਸਾਰਾ ਨਰਕ ਸੁਰਗ ਫਿਰ ਫਿਰ ਅਵਤਾਰਾ। ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਂ ਕਾ ਪ੍ਰਵਾਨ। ਸਾਖਤ ਮਾਇਆ ਕੋ ਬਹੁ ਧਾਵੈ ਨਾਮ ਵਿਸਾਰ ਕਹਾਂ ਸੁਖ ਪਾਵੈ। ਤ੍ਰਹਿ ਗੁਣ ਅੰਤਰ ਖਪੈ ਖਪਾਵੈ ਨਾਹੀ ਪਾਰ ਉਤਾਰਾ ਹੈ। ਕੂਕਰ ਸੂਕਰ ਕਹੀਐ ਕੂੜਿਆਰਾ ਭੌਂਕ ਮਰੈ ਭਉ 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 ਹਾਰਾ। ਮਨ ਤਨ ਝੂਠੈ ਕੂੜ ਕਮਾਵੈ ਗੁਰਮਤਿ ਦਰਗਹਿ ਹਾਰਾ ਹੈ। ਸਤਿਗੁਰ ਮਿਲੈ ਤਾ ਮਨੁਆ ਟੇਕੈ RAM ਨਾਮ ਕੇ ਸਰਣ ਪਰੇਕੈ। ਹਰ ਧਨ ਨਾਮ ਅਮੋਲਕ ਦੇਵੈ ਹਰ ਜਸ ਦਰਗਹਿ ਪਿਆਰਾ ਹੈ। ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰਹਿ ਵਿਚਾਰ। ਮੁਕਤ ਕਦੇ ਨਾ ਹੋਵਈ ਨਾ ਹਉ ਪਾਇਨ ਮੋਖ ਦੁਆਰ। ਬਿਨ ਸਤਿਗੁਰ ਬੰਧਨ ਨਾ ਟੂਟਹੀ ਨਾਮ ਨ ਲੱਗੈ ਪਿਆਰ। ਸੋ ਚੱਲ ਰਹੀ ਲੜੀਵਾਰ ਕਥਾ ਦੇ ਅਧੀਨ ਚੌਥੀ ਜੁਗਤੀ ਹੈ। ਸੁਖ ਦੁਖ ਜੋ ਹਨ ਉਹ ਗੁਣਾਂ ਦੇ ਅਧੀਨ ਹਨ। ਨਹਿ ਸੀਤਲੰ ਚੰਦਰ ਦੇਵੈ ਨਹਿ ਸੀਤਲੰ ਵਾਵਨ ਚੰਦਨੈ। ਨਹਿ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸੋਜਨੈ। ਚੰਦਰ ਦੇਵਤਾ ਵੀ ਇੰਨਾ ਸੀਤਲ ਨਹੀਂ ਤੇ ਬਾਵਨ ਚੰਦਨ ਵੀ ਇੰਨਾ ਠੰਡਾ ਨਹੀਂ ਤੇ ਸਰਦ ਰਿਤੂ ਵੀ ਇੰਨੀ ਸੀਤਲ ਨਹੀਂ। ਜਿਸ ਤਰ੍ਹਾਂ ਕਿ ਸੱਜਣ ਸਭ ਦੇ ਪਿਆਰੇ ਸਾਧੂ ਜਨ ਸੀਤਲ ਹੁੰਦੇ ਹਨ। ਸੰਤਾਂ ਦੇ ਬਰਾਬਰ ਦੁਨੀਆ ਦੇ ਵਿੱਚ ਕੋਈ ਸੀਤਲ ਵਸਤੂ ਨਹੀਂ ਹੈ। ਕਿਉਂਕਿ ਲਿਖਿਆ ਵੀ ਹੈ ਆਗ ਲੱਗੀ ਆਕਾਸ਼ ਮੇਂ ਝੜ ਝੜ ਪੈਣ ਅੰਗਾਰ। ਸੰਤ ਨਾ ਹੋਤੇ ਜਗਤ ਮੇਂ ਜਲ ਮਰਤਾ ਸੰਸਾਰ। ਪੂਰਨ ਸੰਤਾਂ ਮਹਾਤਮਾ ਦੇ ਗੁਣ ਲਕਸ਼ਣ ਵੀ ਮਹਾਰਾਜ ਲਿਖੇ ਹਨ। ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ। ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਬਖਸ਼ਾਰ। ਸੰਤ ਰਹਿਤ ਸੁਨੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨ ਜਾਈ। ਰਹਾਉ ਵਰਤਨ ਜਾਂ ਕੈ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸਰਾਮ। ਮਿੱਤਰ ਸਤਰ ਜਾਂ ਕੈ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨ ਜਾਣੈ। ਕੋਟ ਕੋਟ ਅਗ ਕਾਟਨ ਹਾਰਾ ਦੁਖ ਦੂਰ ਕਰਨ ਜੀ ਕੇ ਦਾਤਾਰਾ। ਸੂਰਬੀਰ ਬਚਨ ਕੇ ਬਲੀ ਕਉਲਾ ਬਪਰੀ ਸੰਤੀ ਛਲੀ। ਤਾਂ ਕਾ ਸੰਗ ਵਾਸੈ ਗੁਰਦੇਵ ਤਾਂ ਕਾ ਸੰਗ ਵਾਸੈ ਸੁਰਦੇਵ। ਅਮੋਘ ਦਰਸ ਸਫਲ ਜਾਂ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ। ਮੋਹੇ ਸੰਤ ਟਹਿਲ ਦੀਜੈ ਗੁਣਤਾਸ। ਸੋ ਇਹਨਾਂ ਪੰਕਤੀਆਂ ਤੋਂ ਗੁਰੂ ਸਾਹਿਬਾਨ ਜੀ ਇਹੀ ਦੱਸਦੇ ਹਨ ਕਿ ਸੁੱਖ ਦੁੱਖ ਗੁਣਾਂ ਦੇ ਅਧੀਨ ਹਨ। ਜਦੋਂ ਇਹ ਪੁਰਸ਼ ਤ੍ਰੈ ਗੁਣ ਅਤੀਤ ਯਾਨੀ ਤਿੰਨਾਂ ਗੁਣਾਂ ਤੋਂ ਪਰੇ ਹੁੰਦਾ ਹੈ ਤਾਂ ਹੀ ਇਹ ਸੰਸਾਰ ਸਾਗਰ ਤੋਂ ਤਰ ਸਕਦਾ ਹੈ। ਜੀਵਨ ਮੁਕਤ ਹੋ ਕੇ ਸਦਾ ਲਈ ਸੁਖੀ ਹੋ ਜਾਂਦਾ ਹੈ। ਤਿੰਨ ਗੁਣ ਹੀ ਜੀਵ ਲਈ ਬੰਧਨ ਹਨ। ਇਹ ਮੁਕਤ ਨਹੀਂ ਹੋਣ ਦਿੰਦੇ। ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਵੀ ਗੀਤਾ ਵਿੱਚ ਅਰਜਨ ਨੂੰ ਕਹਿੰਦੇ ਹਨ ਕਿ ਹੇ ਅਰਜਨ ਸਤੋ ਗੁਣ ਰਜੋ ਗੁਣ ਤਮੋ ਗੁਣ ਇਹ ਤਿੰਨੇ ਗੁਣ ਮਾਇਆ ਤੋਂ ਪੈਦਾ ਹੋ ਕੇ ਅਵਿਨਾਸ਼ੀ ਜੀਵ ਆਤਮਾ ਨੂੰ
ਦੇਹ ਦੇ ਵਿੱਚ ਬੰਨ੍ਹ ਲੈਂਦੇ ਹਨ। ਸ਼ਾਸਤਰ ਸੰਸਕਾਰਾਂ ਤੇ ਬਿਨਾਂ ਕੇਵਲ ਸੁਭਾਵ ਤੇ ਹੀ ਸ਼ਰਧਾ ਤਿੰਨ ਤਰ੍ਹਾਂ ਦੀ ਹੁੰਦੀ ਹੈ, ਸਾਤਕੀ, ਰਾਜਸੀ ਤੇ ਤਾਮਸੀ। ਜਦੋਂ ਮਨੁੱਖ ਦੇ ਹਿਰਦੇ ਵਿੱਚ ਸਤੋਗੁਣ ਆਉਂਦਾ ਹੈ ਤਾਂ ਉਹ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਆਦਿ ਦੀ ਪੂਜਾ ਵਿੱਚ ਲੱਗ ਜਾਂਦਾ ਹੈ, ਤੇ ਰਜੋਗੁਣ ਵਾਲਾ ਰਾਖਸ਼ਾਂ ਦੀ ਪੂਜਾ ਕਰਦਾ ਹੈ, ਤੇ ਤਾਮਸੀ ਗੁਣ ਵਾਲੇ ਲੋਕ ਭੂਤਾਂ, ਪ੍ਰੇਤਾਂ ਆਦਿ ਦੀ ਪੂਜਾ ਕਰਦੇ ਹਨ। ਇਸ ਤਰ੍ਹਾਂ ਦੁਨੀਆ ਦਾ ਹਰ ਕੰਮ ਇਹਨਾਂ ਤਿੰਨਾਂ ਗੁਣ ਵਿੱਚ ਹੀ ਹੋ ਰਿਹਾ ਹੈ। ਗੁਣਾਂ ਦੇ ਭੇਦ ਕਰਕੇ ਤਪ ਵੀ ਤਿੰਨ ਪ੍ਰਕਾਰ ਦਾ ਹੁੰਦਾ ਹੈ, ਆਹਾਰ ਵੀ ਤਿੰਨ ਪ੍ਰਕਾਰ ਦਾ ਹੁੰਦਾ ਹੈ, ਤੇ ਜਗ ਵੀ ਤਿੰਨ ਪ੍ਰਕਾਰ ਦਾ ਹੁੰਦਾ ਹੈ। ਸਤੋਗੁਣ ਵਾਲਿਆਂ ਮਨੁੱਖਾਂ ਦਾ ਆਹਾਰ ਜੋ ਹੈ ਉਹ ਉਮਰ, ਬੁੱਧੀ, ਬਲ ਤੇ ਤੰਦਰੁਸਤੀ ਤੇ ਚਿੱਤ ਦੀ ਪ੍ਰਸੰਨਤਾ ਵਧਾਉਂਦਾ ਹੈ, ਤੇ ਰਸ ਵਾਲੇ ਚਿਕਨੇ, ਜਿਨ੍ਹਾਂ ਦਾ ਰਸ ਸਰੀਰ ਵਿੱਚ ਬਹੁਤ ਚਿਰ ਤੱਕ ਰਹਿੰਦਾ ਹੈ, ਤੇ ਜੋ ਆਹਾਰ ਸੁਭਾਵ ਕਰਕੇ ਹੀ ਚਿੱਤ ਨੂੰ ਪਿਆਰੇ ਲੱਗਦੇ ਹਨ, ਉਹ ਸਾਤਕੀ ਆਹਾਰ ਹਨ। ਤੇ ਦੂਸਰੇ ਰਜੋਗੁਣੀ ਆਹਾਰ ਹੈ, ਜੋ ਕੌੜੇ ਹੋਣ, ਸਲੂਣੇ ਹੋਣ, ਗਰਮ ਤੇ ਤੇਜ਼ ਹੋਣ, ਰੁੱਖੇ ਤੇ ਚਿੱਤ ਵਿੱਚ ਰੋਗ ਪੈਦਾ ਕਰਨ ਵਾਲੇ ਹੋਣ। ਇਸ ਤਰ੍ਹਾਂ ਦਾ ਭੋਜਨ ਰਜੋਗੁਣੀਆਂ ਨੂੰ ਪਿਆਰਾ ਲੱਗਦਾ ਹੈ। ਤੇ ਜੋ ਭੋਜਨ ਅੱਧ ਪੱਕੇ, ਕੱਚੇ, ਸੜੇ ਹੋਏ, ਬਦਬੂ ਵਾਲੇ, ਬਾਸੀ, ਜੂਠੇ ਜਾਂ ਅਪਵਿੱਤਰ ਹੋਣ, ਉਹ ਤਾਮਸੀ ਪੁਰਸ਼ਾਂ ਨੂੰ ਚੰਗੇ ਲੱਗਦੇ ਹਨ। ਇਸ ਤਰ੍ਹਾਂ ਦਾਨ ਵੀ ਤਿੰਨ ਪ੍ਰਕਾਰ ਦਾ ਹੈ। ਜੋ ਦਾਨ ਪ੍ਰਮਾਤਮਾ ਦੇ ਨਿਮਿਤ ਉੱਤਮ ਬਰਤਨ ਵਿੱਚ ਪਾ ਕੇ ਨਿਸ਼ਕਾਮ ਭਾਵ ਨਾਲ ਠੀਕ ਜਗ੍ਹਾ ਦਿੱਤਾ ਜਾਵੇ, ਉਹ ਸਾਤਵਿਕ ਦਾਨ ਕਹਾਉਂਦਾ ਹੈ। ਤੇ ਦੂਜਾ, ਜੇ ਦਾਨ ਦੁੱਖ ਪਾ ਕੇ ਜਿਸ ਨੂੰ ਦਿੱਤਾ ਜਾਵੇ ਉਸ ਕੋਲੋਂ ਉਹ ਕੰਮ ਕਰਵਾ ਲੈਣਾ, ਜਾਂ ਇਉਂ ਕਹਿ ਲਓ ਕਿ ਫਲ ਦੀ ਇੱਛਾ ਰੱਖ ਕੇ ਦਿੱਤਾ ਜਾਵੇ, ਉਹ ਦਾਨ ਰਾਜਸੀ ਦਾਨ ਅਖਵਾਉਂਦਾ ਹੈ। ਤੇ ਜੋ ਦਾਨ ਸਤਿਕਾਰ ਤੋਂ ਬਿਨਾਂ ਅਹੰਕਾਰ ਸਹਿਤ ਕਿਸੇ ਕੁਪਾਤਰ ਨੂੰ ਦਿੱਤਾ ਜਾਂਦਾ ਹੈ, ਉਹ ਤਾਮਸੀ ਦਾਨ ਅਖਵਾਉਂਦਾ ਹੈ। ਇਸੇ ਤਰ੍ਹਾਂ ਕਰਮ ਵੀ ਤਿੰਨ ਪ੍ਰਕਾਰ ਦਾ ਕਿਹਾ ਗਿਆ ਹੈ। ਜੋ ਕਰਮ ਗ੍ਰੰਥਾਂ, ਵੇਦਾਂ, ਸ਼ਾਸਤਰਾਂ ਦੇ ਅਨੁਸਾਰ ਤੇ ਅਹੰਕਾਰ ਰਹਿਤ ਤੇ ਫਲ ਦੀ ਇੱਛਾ ਤੋਂ ਰਹਿਤ ਹੋਵੇ, ਰਾਗ ਦਵੇਸ਼ ਤੋਂ ਬਿਨਾਂ ਕੀਤਾ ਜਾਵੇ, ਉਹ ਸਾਤਵਿਕ ਕਰਮ ਹੈ। ਜੇ ਕਰਮ ਬਹੁਤ ਤਕਲੀਫ ਨਾਲ ਤੇ ਫਲ ਦੀ ਇੱਛਾ ਨਾਲ ਤੇ ਅਹੰਕਾਰ ਸਹਿਤ ਕੀਤਾ ਜਾਵੇ, ਉਹ ਰਾਜਸੀ ਕਰਮ ਅਖਵਾਉਂਦਾ ਹੈ। ਤੇ ਜੋ ਕਰਮ ਬੰਧਨ ਕਰਨ ਵਾਲਾ ਹੋਵੇ, ਹਿੰਸਾ ਵਾਲਾ ਹੋਵੇ, ਤੇ ਜਿਸ ਦਾ ਫਲ ਜਲਦੀ ਨਾਸ਼ ਹੋਣ ਵਾਲਾ ਹੋਵੇ, ਤੇ ਆਪਣੀ ਸਮਰੱਥਾ ਨੂੰ ਨਾ ਵਿਚਾਰ ਕੇ ਕੀਤਾ ਜਾਵੇ, ਉਹ ਤਾਮਸੀ ਕਰਮ ਅਖਵਾਉਂਦਾ ਹੈ। ਤੇ ਇਸੀ ਤਰ੍ਹਾਂ ਸੁੱਖ ਵੀ ਤਿੰਨਾਂ ਗੁਣਾਂ 'ਚ ਹੀ ਹੁੰਦਾ ਹੈ। ਜੋ ਸੁੱਖ ਸਾਧਨ ਕਰਨੇ ਵੇਲੇ ਔਖਾ ਲੱਗੇ, ਵਿਖਵਤ ਲੱਗੇ, ਪਰ ਬਾਅਦ ਵਿੱਚ ਫਲ ਉਸਦਾ ਅੰਮ੍ਰਿਤ ਬਰਾਬਰ ਹੋਵੇ ਤੇ ਗਿਆਨ ਦੇ ਪ੍ਰਸਾਦ ਤੋਂ ਪੈਦਾ ਹੋਵੇ, ਉਹ ਸੁੱਖ ਸਾਤਵਿਕ ਹੈ। ਤੇ ਜੋ ਸੁੱਖ ਵਿਸ਼ਿਆਂ ਦੁਆਰਾ ਸੰਜੋਗ ਨਾਲ ਪੈਦਾ ਹੁੰਦਾ ਹੈ ਤੇ ਭੋਗਣ ਵੇਲੇ ਉਹ ਅੰਮ੍ਰਿਤ ਲੱਗੇ ਤੇ ਬਾਅਦ ਵਿੱਚ ਵਿਖਵਤ ਲੱਗੇ, ਉਹ ਰਾਜਸੀ ਸੁੱਖ ਹੈ। ਤੇ ਜੋ ਸੁੱਖ ਭੋਗ ਕਾਲ ਵਿੱਚ ਤੇ ਫਲ ਕਾਲ ਵਿੱਚ ਮਨ ਨੂੰ ਮੋਹਣ ਵਾਲਾ ਤੇ ਨਿੰਦਰਾ, ਆਲਸ ਤੋਂ ਪੈਦਾ ਹੋਵੇ, ਉਹ ਸੁੱਖ ਤਾਮਸ ਅਖਵਾਉਂਦਾ ਹੈ। ਇਸ ਪ੍ਰਿਥਵੀ ਲੋਕ, ਸਵਰਗ ਲੋਕ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਜੋ ਪ੍ਰਕਿਰਤੀ ਤੋਂ ਉਤਪੰਨ ਹੋਏ ਇਹਨਾਂ ਤਿੰਨਾਂ ਗੁਣਾਂ ਤੋਂ ਛੁੱਟਿਆ ਹੋਵੇ। ਬ੍ਰਹਮਾ, ਵਿਸ਼ਨ, ਮਹਾਦੇਵ ਤ੍ਰੈ ਗੁਣ ਭੁੱਲੇ, ਹਉਮੈ ਮੋਹ ਵਧਾਇਆ, ਪੰਡਤ ਪੜ ਪੜ ਮੋਨੀ ਭੁੱਲੇ, ਦੂਜੈ ਭਾਏ ਚਿਤ ਲਾਇਆ, ਜੋਗੀ ਜੰਗਮ ਸੰਨਿਆਸੀ ਭੁੱਲੇ, ਬਿਨ ਗੁਰ ਤਤ ਨ ਪਾਇਆ, ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ, ਤਿਨ ਵਿਰਥਾ ਜਨਮ ਗਵਾਇਆ, ਨਾਨਕ ਨਾਮ ਰਤੇ ਸਈ ਜਨ ਸਮਝੇ, ਜੇ ਆਪੇ ਬਖਸ਼ ਮਿਲਾਇਆ। ਤੇ ਤੀਸਰੇ ਪਾਤਸ਼ਾਹ ਵੀ ਕਹਿੰਦੇ ਹਨ, ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ, ਤ੍ਰੈ ਗੁਣ ਬਦਕ ਮੁਕਤ ਨਿਰਾਰੀ।
ਤ੍ਰੈ ਗੁਣ ਬਾਣੀ ਵੇਦ ਵਿਚਾਰ, ਵਿਖਿਆ ਮੈਲ ਵਿਖਿਆ ਬਾਪਾਰ, ਮਰ ਜਨਮੈ ਫਿਰ ਹੋਏ ਖੁਆਰ, ਗੁਰਮੁਖ ਤੁਰਿਆ ਗੁਣ ਅਵਤਾਰ। ਸੋ ਜੀਵ ਆਤਮਾ ਦੇ ਕੋਲ ਸਾਰ ਆਤਮ ਧਨ ਹੈ। ਇਸ ਆਤਮ ਧਨ ਨੂੰ ਲੁੱਟਣ ਵਾਲੇ ਇਹ ਤਿੰਨ ਗੁਣ ਹਨ: ਸਤੋ ਗੁਣ, ਰਜੋ ਗੁਣ, ਤਪੋ ਗੁਣ। ਜਗਿਆਸੂ ਨੂੰ ਇਹਨਾਂ ਤਿੰਨ ਗੁਣ ਰੂਪੀ ਚੋਰਾਂ ਤੋਂ ਬਚਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਇੱਕ ਸ਼ਾਹੂਕਾਰ ਸੀ, ਉਹ ਆਪਣੀ ਕਮਰ ਨਾਲ ਬਹੁਤ ਧਨ ਬੰਨ੍ਹ ਕੇ ਕਿਸੇ ਪਿੰਡ ਨੂੰ ਜਾ ਰਿਹਾ ਸੀ। ਰਸਤੇ ਵਿੱਚ ਜੁਦਾ ਜੁਦਾ ਤੇ ਕੁਝ ਫਾਸਲੇ ਦੇ ਉੱਤੇ ਉਸਨੂੰ ਤਿੰਨ ਚੋਰ ਮਿਲ ਗਏ। ਉਹਨਾਂ ਨੇ ਪੁੱਛਿਆ, ਸੇਠ ਜੀ ਕਿੱਥੇ ਜਾ ਰਹੇ ਹੋ? ਤਾਂ ਸੇਠ ਨੇ ਕਿਹਾ ਕਿ ਇਸ ਪਿੰਡ ਨੂੰ। ਤਾਂ ਉਹਨਾਂ ਚੋਰਾਂ ਨੇ ਕਿਹਾ ਕਿ ਅਸੀਂ ਵੀ ਉੱਥੇ ਹੀ ਜਾ ਰਹੇ ਹਾਂ। ਸੇਠ ਜੀ ਸਮਝ ਗਏ ਕਿ ਇਹ ਚੋਰ ਹਨ, ਇਹਨਾਂ ਕੋਲੋਂ ਕਿਸ ਤਰ੍ਹਾਂ ਬਚਿਆ ਜਾਵੇ। ਤਾਂ ਰਸਤੇ ਵਿੱਚ ਜਾਂਦੇ ਜਾਂਦੇ ਉਸ ਸੇਠ ਨੇ ਉਹਨਾਂ ਤਿੰਨਾਂ ਤੋਂ ਪੁੱਛਿਆ ਕਿ ਤੁਹਾਡੀ ਕਿਹੜੀ ਕਿਹੜੀ ਜਾਤੀ ਹੈ? ਤਾਂ ਇੱਕ ਨੇ ਕਿਹਾ ਮੈਂ ਬ੍ਰਾਹਮਣ, ਦੂਜੇ ਨੇ ਕਿਹਾ ਮੈਂ ਖੱਤਰੀ ਹਾਂ, ਤੇ ਤੀਜੇ ਨੇ ਕਿਹਾ ਕਿ ਮੈਂ ਸ਼ੂਦਰ ਹਾਂ। ਗਰਮੀ ਦੇ ਦਿਨ ਸਨ। ਚਲਦੇ ਚਲਦੇ ਇੱਕ ਦਰਖਤ ਹੇਠਾਂ ਬੈਠ ਗਏ। ਸੇਠ ਨੇ ਉਸ ਸ਼ੂਦਰ ਨੂੰ ਕਿਹਾ ਕਿ ਉਹ ਸਾਹਮਣੇ ਖੂਹ 'ਚ ਪਾਣੀ ਲਿਆ, ਜਲ ਪਾਨ ਕਰਕੇ ਅੱਗੇ ਚੱਲਦੇ ਹਾਂ। ਉਹ ਪਾਣੀ ਲੈਣ ਚਲਾ ਗਿਆ। ਤਾਂ ਸੇਠ ਨੇ ਉਸ ਬ੍ਰਾਹਮਣ ਤੇ ਖੱਤਰੀ ਨੂੰ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਚੋਰ ਹੋ, ਮੇਰਾ ਧਨ ਲੁੱਟ ਕੇ ਇਸ ਦੇ ਤਿੰਨ ਹਿੱਸੇ ਕਰੋਗੇ ਤੇ ਲੁੱਟਣ ਨਾਲ ਤੁਹਾਨੂੰ ਪਾਪ ਲੱਗੇਗਾ ਤੇ ਪਰਲੋਕ ਵਿੱਚ ਦੰਡ ਵੀ ਮਿਲੇਗਾ। ਮੈਂ ਤੁਹਾਨੂੰ ਇੱਕ ਜੁਗਤੀ ਦੱਸਦਾ ਹਾਂ ਜਿਸ ਨਾਲ ਪਾਪ ਨਹੀਂ ਲੱਗੇਗਾ ਤੇ ਧਨ ਵੀ ਤੁਹਾਨੂੰ ਬਰਾਬਰ ਮਿਲ ਜਾਵੇਗਾ। ਤਾਂ ਉਹਨਾਂ ਦੋਹਾਂ ਚੋਰਾਂ ਨੇ ਕਿਹਾ, ਦੱਸੋ? ਤਾਂ ਸੇਠ ਨੇ ਕਿਹਾ, ਇਸ ਧਨ ਦੇ ਤਿੰਨ ਹਿੱਸੇ ਕਰਾਂਗੇ। ਇੱਕ ਹਿੱਸਾ ਮੈਂ ਸੰਕਲਪ ਕਰਕੇ ਬ੍ਰਾਹਮਣ ਨੂੰ ਦਾਨ ਦੇ ਦੇਵਾਂਗਾ, ਇਸ ਨਾਲ ਬ੍ਰਾਹਮਣ ਨੂੰ ਪਾਪ ਵੀ ਨਹੀਂ ਲੱਗੇਗਾ ਤੇ ਇਹ ਛਤਰੀ ਭਾਈ ਹੈ, ਇੱਕ ਹਿੱਸਾ ਇਸ ਨੂੰ ਦੇ ਦੇਵਾਂਗੇ ਤੇ ਤੀਸਰਾ ਹਿੱਸਾ ਮੈਂ ਰੱਖ ਲਵਾਂਗਾ। ਇੰਨੇ ਵਿੱਚ ਉਹ ਤੀਸਰਾ ਚੋਰ ਸ਼ੂਦਰ ਉਹ ਪਾਣੀ ਲੈ ਕੇ ਆ ਗਿਆ। ਤਾਂ ਬ੍ਰਾਹਮਣ ਨੇ ਕਿਹਾ ਕਿ ਇਹ ਸੇਠ ਸਾਡਾ ਜਾਣਕੀਰ ਹੈ, ਤੂੰ ਬਸ ਚਲੇ ਜਾ। ਤੇ ਛਤਰੀ ਨੇ ਵੀ ਕਿਹਾ ਕਿ ਇਹ ਛਤਰੀ ਹੈ, ਮੇਰਾ ਭਾਈ ਹੈ ਤੇ ਤੂੰ ਚਲੇ ਜਾ। ਤੇ ਸੇਠ ਨੇ ਜੁਗਤੀ ਨਾਲ ਉਸ ਸ਼ੂਦਰ ਚੋਰ ਨੂੰ ਪਾਸੇ ਕਰ ਦਿੱਤਾ। ਫਿਰ ਤਿੰਨੋਂ ਅੱਗੇ ਤੁਰ ਪਏ। ਸੇਠ ਨੇ ਕਿਸੇ ਬਹਾਨੇ ਨਾਲ ਉਸ ਬ੍ਰਾਹਮਣ ਨੂੰ ਵੀ ਅਲੱਗ ਕਰਕੇ ਕਿਹਾ ਕਿ ਇਹ ਖੱਤਰੀ ਹੈ, ਇਸ ਨੂੰ ਪਾਸੇ ਕਰ, ਅਸੀਂ ਧਨ ਦੇ ਦੋ ਹਿੱਸੇ ਕਰ ਲਵਾਂਗੇ। ਤਾਂ ਉਸ ਚੋਰ ਬ੍ਰਾਹਮਣ ਨੇ ਉਸ ਖੱਤਰੀ ਚੋਰ ਨੂੰ ਵੀ ਪਾਸੇ ਕਰ ਦਿੱਤਾ ਤੇ ਦੋਨੋਂ ਅੱਗੇ ਤੁਰ ਪਏ। ਫਿਰ ਸ਼ਹਿਰ ਦੇ ਲਾਗੇ ਇੱਕ ਤਲਾਅ ਸੀ। ਸੇਠ ਨੇ ਕਿਹਾ, ਬ੍ਰਾਹਮਣ ਜੀ ਇਸ ਵਿੱਚ ਇਸ਼ਨਾਨ ਕਰਕੇ ਫਿਰ ਮੈਂ ਸੰਕਲਪ ਕਰਕੇ ਤੁਹਾਨੂੰ ਦਾਨ ਦੇਵਾਂਗਾ ਤੇ ਪਾਪ ਨਹੀਂ ਲੱਗੇਗਾ। ਤੇ ਕਿਹਾ ਕਿ ਤੁਸੀਂ ਇਸ਼ਨਾਨ ਕਰ ਲਓ। ਤੇ ਉਹ ਕੱਪੜੇ ਖੋਲ ਕੇ ਇਸ਼ਨਾਨ ਕਰਨ ਲੱਗਾ ਤੇ ਸੇਠ ਦੇ ਵਾਕਬ ਲੋਕ ਉੱਥੇ ਸਨ। ਤਾਂ ਉਸ ਸੇਠ ਨੇ ਰੌਲਾ ਪਾ ਦਿੱਤਾ ਕਿ ਇਸ ਚੋਰ ਕੋਲੋਂ ਮੈਨੂੰ ਬਚਾਓ, ਇਹ ਮੇਰਾ ਧਨ ਲੁੱਟਣ ਦੇ ਇਰਾਦੇ ਨਾਲ ਮੇਰੇ ਨਾਲ ਹੈ। ਤਾਂ ਲੋਕਾਂ ਨੇ ਉਸ ਚੋਰ ਨੂੰ ਕੁੱਟਿਆ ਤੇ ਉੱਥੋਂ ਦੌੜਾ ਦਿੱਤਾ। ਸੰਯੁਕਤੀ ਨਾਲ ਉਸ ਸ਼ਾਹੂਕਾਰ ਨੇ ਆਪਣਾ ਧਨ ਬਚਾ ਲਿਆ। ਇਸੇ ਤਰ੍ਹਾਂ ਜੀਵ ਆਤਮਾ ਦੇ ਕੋਲ ਆਨੰਦ ਧਨ ਹੈ, ਜਾਣੇ ਸੁੱਖ ਦੁੱਖ ਵਿੱਚ, ਮਾਨ ਅਪਮਾਨ ਦੇ ਵਿੱਚ ਸਮ ਰਹਿਣਾ, ਹਰਖ ਸੁਭ ਨਾ ਕਰਨਾ, ਇਹ ਧਨ ਹੈ। ਇਸ ਨੂੰ ਚੁਰਾਉਣ ਦੇ ਲਈ ਗੁਣ ਰੂਪ ਤਿੰਨ ਚੋਰ ਇਸ ਜੀਵ ਸ਼ਾਹੂਕਾਰ ਦੇ ਪਿੱਛੇ ਲੱਗੇ ਹੋਏ ਹਨ। ਸੋ ਇਹਨਾਂ ਚੋਰਾਂ ਕੋਲੋਂ ਜੁਗਤੀ ਨਾਲ ਬਚਿਆ ਜਾਵੇ। ਪਹਿਲਾਂ ਸਤੋਗੁਣ ਤੇ ਰਜੋਗੁਣ ਦੀ ਮਦਦ ਨਾਲ ਤਮੋਗੁਣ ਨੂੰ ਦੂਰ ਕਰੇ,
ਫਿਰ ਸਤੋਗੁਣ ਦੀ ਮਦਦ ਦੇ ਨਾਲ ਰਜੋਗੁਣ ਦੀ ਨਿਵਰਤੀ ਕਰੇ, ਫਿਰ ਸਤ ਸੰਗਤ ਵਿੱਚ ਜਾ ਕੇ ਪੁਕਾਰ ਕਰੇ ਕਿ ਸਤੋਗੁਣ ਦਾ ਹੰਕਾਰ ਮੈਨੂੰ ਲੁੱਟ ਰਿਹਾ ਹੈ, ਹੇ ਸੰਤੋ ਮਹਾਪੁਰਸ਼ੋ ਮੈਨੂੰ ਬਚਾਓ। ਤੇ ਸੰਤ ਇਸ ਨੂੰ ਪਰਮਾਤਮਾ ਦਾ ਉਪਦੇਸ਼ ਦੇ ਕੇ, ਗਿਆਨ ਦੇ ਕੇ ਇਸ ਦਾ ਸਤੋਗੁਣ ਦੂਰ ਕਰ ਦਿੰਦੇ ਹਨ ਤੇ ਇਸ ਦੀ ਬਿਰਤੀ ਸਦਾ ਸ਼ਾਂਤ ਰਹਿੰਦੀ ਹੈ, ਜਾਣੀ ਹਰਕ ਸੋਗ ਨਹੀਂ ਹੁੰਦਾ ਤੇ ਇਹ ਜੀਵ ਤਿੰਨਾਂ ਗੁਣਾਂ ਤੋਂ ਪਰੇ ਹੋ ਜਾਂਦਾ ਹੈ ਤੇ ਜੀਵਨ ਮੁਕਤ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ, ਸਦਾ ਲਈ ਸੁਖੀ ਹੋ ਜਾਂਦਾ ਹੈ। ਗੀਤਾ ਵਿੱਚ ਵੀ ਅਰਜਨ ਸ੍ਰੀ ਕ੍ਰਿਸ਼ਨ ਨੂੰ ਪ੍ਰਸ਼ਨ ਕਰਦੇ ਹਨ ਕਿ ਹੇ ਭਗਵਾਨ, ਜੋ ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਹੈ ਉਸ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੁੰਦਾ ਹੈ, ਕਿਰਪਾ ਕਰਕੇ ਮੈਨੂੰ ਦੱਸੋ ਜੀ। ਸ੍ਰੀ ਭਗਵਾਨ ਕਹਿਣ ਲੱਗੇ, ਹੇ ਅਰਜਨ, ਜੋ ਪੁਰਸ਼ ਇਹਨਾਂ ਤਿੰਨਾਂ ਗੁਣਾਂ ਨੂੰ ਝੂਠਾ ਸਮਝ ਕੇ ਇਹਨਾਂ ਗੁਣਾਂ ਨਾਲ ਚਲਾਇਮਾਨ ਨਹੀਂ ਹੁੰਦਾ, ਆਪਣੇ ਆਪ ਨੂੰ ਅਸੰਗ ਸਮਝ ਕੇ ਸਿਰਫ ਇੰਦਰੀਆਂ ਹੀ ਵਿਸ਼ਿਆਂ ਵਿੱਚ ਪ੍ਰਵਿਰਤ ਹੋ ਕੇ ਵਰਤ ਰਹੀਆਂ ਹਨ, ਪਰਮਾਤਮ ਭਾਵ ਦੇ ਵਿੱਚ ਅਸਥਿਤ ਰਹਿੰਦਾ ਹੈ ਤੇ ਉਸ ਅਸਥਿਤੀ ਵਿੱਚ ਚਲਾਇਮਾਨ ਨਹੀਂ ਹੁੰਦਾ, ਲਗਾਤਾਰ ਆਤਮ ਭਾਵ ਵਿੱਚ ਸਥਿਤ ਹੋਇਆ, ਸੁੱਖ ਦੁੱਖ ਨੂੰ ਇੱਕੋ ਜਿਹਾ ਸਮਝਣੇ ਵਾਲਾ, ਮਿੱਟੀ ਸੋਨੇ ਸਮਭਾਵ ਰੱਖਣ ਵਾਲਾ, ਧੀਰਜਵਾਨ, ਉਸਤਤ ਨਿੰਦਾ, ਮਾਨ ਅਪਮਾਨ ਚ, ਮਿੱਤਰ ਵੈਰੀ ਚ, ਹਰ ਸੋਗ ਚ ਸਮ ਰਹਿਣੇ ਵਾਲਾ ਪੁਰਸ਼ ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਹੁੰਦਾ ਹੈ। ਜੋ ਪੁਰਸ਼ ਪਰਮਾਤਮਾ ਦੀ ਭਗਤੀ ਕਰਕੇ ਨਾਮ ਜਪਦੇ ਹਨ, ਇੱਕ ਗੁਰਮੁਖ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਹਨ, ਉਹ ਸਹਿਜੇ ਹੀ ਗੁਣਾਤੀਤ ਹੋ ਜਾਂਦੇ ਹਨ ਤੇ ਸੁਖੀ ਹੋ ਜਾਂਦੇ ਹਨ, ਸੁੱਖ ਦੁੱਖ ਵਿੱਚ ਸਮ ਰਹਿੰਦੇ ਹਨ, ਇੱਕ ਰਸ ਰਹਿੰਦੇ ਹਨ। ਜਿਸ ਤਰ੍ਹਾਂ ਗੁਰਬਾਣੀ ਵਿੱਚ ਵੀ ਮਹਾਰਾਜ ਕਿਹਾ ਹੈ, ਤ੍ਰਿਹਾਂ ਗੁਣਾਂ ਤੇ ਰਹਿ ਨਿਰਾਰਾ, ਸੋ ਗੁਰਮੁਖ ਸੋਭਾ ਪਾਇੰਦਾ। ਇਸ ਤੇ ਜੜ ਭਰਤ ਜੀ ਦੀ ਕਥਾ ਹੈ, ਜਿਨ੍ਹਾਂ ਬਾਰੇ ਪਾਤਸ਼ਾਹ ਨੇ ਇਸ ਤਰ੍ਹਾਂ ਕਿਹਾ ਹੈ, ਆਏ ਕੋ ਹਰਖ ਨਹੀਂ, ਗਏ ਕੋ ਸ਼ੋਕ ਨਹੀਂ, ਕੈਸੇ ਨਿਰਦੰਦਵ ਭਇਓ ਸਮਝਨੇ ਕੀ ਬਾਤ ਹੈ। ਦੇਹ ਨੇਹ ਨੇਰੇ ਨਹੀਂ, ਲక్ష్ਮੀ ਕੋ हेरे नहीं, मन कहूँ फेरे नहीं, पाहन समगात है। लोगन की रीत नहीं, कहाँ सो प्रीत नहीं, हार नहीं जीत नहीं, वर्ण है न जात है। ऐसो जब ज्ञान होत, तवे कछ ध्यान होत, ब्रह्म के समान होत, ब्रह्म में समात है। सो पहला लक्षण कि जड़ भरत ਕਿਸੇ ਵੀ ਗੱਲ ਵਿੱਚ ਹੱਠ ਨਹੀਂ ਸਨ ਕਰਦੇ, ਕੁਝ ਵੀ ਹੋਵੇ। ਦੂਸਰਾ, ਹਰ ਸਮੇਂ ਆਤਮ ਚਿੰਤਨ ਕਰਦੇ ਰਹਿੰਦੇ ਸਨ ਤੇ ਜੀਵਨ ਮੁਕਤੀ ਦੇ ਜੋ 5 ਫਲ ਹਨ ਉਹਨਾਂ ਨੂੰ ਪ੍ਰਾਪਤ ਹੋ ਚੁੱਕੇ ਸਨ। ਪਹਿਲਾ ਫਲ ਗਿਆਨ 'ਚ ਰਹਿਣਾ, ਜਾਣੀ ਆਤਮ ਤੱਤਵ ਨੂੰ ਨਾ ਭੁੱਲਣਾ, ਸਦਾ ਪਰਮਾਤਮਾ 'ਚ ਅਸਥਿਤ ਰਹਿਣਾ। ਤੇ ਦੂਸਰਾ ਫਲ ਤਪ ਹੈ, ਤ੍ਰਿਸ਼ਨਾ ਵਾਸ਼ਨਾ ਤੋਂ ਰਹਿਤ ਹੋਣਾ, ਜਾਣੀ ਬਰਕਤ ਰਹਿਣਾ। ਤੀਸਰਾ ਫਲ ਜਾਣੀ ਕਿ ਕਿਸੇ ਨਾਲ ਵਾਦ ਵਿਵਾਦ ਨਹੀਂ ਕਰਨਾ, ਹਠ ਨਹੀਂ ਕਰਨਾ। ਜੀਵਨ ਮੁਕਤੀ ਦਾ ਚੌਥਾ ਫਲ ਹੈ ਦੁੱਖ ਅਭਾਵ, ਕਿਸੇ ਪ੍ਰਕਾਰ ਦਾ ਦੁੱਖ ਪ੍ਰਤੀਤ ਉਸਨੂੰ ਨਹੀਂ ਹੁੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਔਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਤੇ ਪੰਜਵਾਂ ਫਲ ਜੀਵਨ ਮੁਕਤੀ ਦਾ ਹੈ ਅਵਰ ਭਾਵ, ਜਾਣੀ ਕਿ ਹਰ ਵਕਤ ਖੁਸ਼ੀ ਦੇ ਵਿੱਚ ਰਹਿਣਾ, ਆਨੰਦ 'ਚ ਰਹਿਣਾ, ਮਸਤੀ ਵਿੱਚ ਰਹਿਣਾ। ਗੁਰੂ ਜੀ ਵੀ ਕਹਿੰਦੇ ਹਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਤਾਂ ਤੇ ਮਾਇਆ ਦੇ 3 ਗੁਣਾਂ ਨੂੰ ਛੱਡ ਕੇ ਤ੍ਰੈ ਗੁਣ ਅਤੀਤ ਰਹਿਣ ਲਈ ਉਦਮ ਕਰਨਾ ਚਾਹੀਦਾ ਹੈ। ਤਿੰਨਾਂ ਗੁਣਾਂ ਤੋਂ ਪਰੇ ਹੋਣ ਲਈ ਹੀ ਗੁਰੂ ਦੀ ਲੋੜ ਹੈ, ਪੂਰਨ ਗੁਰੂ ਦੀ ਲੋੜ ਹੈ। ਪੂਰਨ ਗੁਰੂ ਦੇ ਰਾਹੀਂ ਗੁਰਬਾਣੀ ਨੂੰ ਵਿਚਾਰ ਕੇ ਉਸ ਦੇ ਅਨੁਸਾਰ ਜੀਵਨ ਬਤੀਤ ਕਰਨ ਨਾਲ ਹੀ ਤਿੰਨਾਂ ਗੁਣਾਂ ਤੋਂ ਤਰਿਆ ਜਾ ਸਕਦਾ ਹੈ
ਕਿਉਂਕਿ ਨਾਮ ਜਪਣ ਤੋਂ ਬਿਨਾਂ, ਗੁਰੂ ਘਰ ਦੀ ਨਿਸ਼ਕਾਮ ਸੇਵਾ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੋਣਾ, ਤੇ ਹਿਰਦਾ ਸ਼ੁੱਧ ਹੋਣ ਤੋਂ ਬਿਨਾਂ ਇਹਨਾਂ ਮਹਾਵਾਕਾਂ ਦਾ ਅਨੁਭਵ ਨਹੀਂ ਪ੍ਰਾਪਤ ਹੁੰਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤਤ ਨਿਰੰਜਨ ਜੋਤ ਸਵਾਈ, ਸੋਹੰਗ ਭੇਦ ਨ ਕਾਈ ਜੀਓ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਯਾਹਰਾ ਜ਼ਹੂਰ ਹੈ ਕਿ ਹਾਜ਼ਰਾ ਹਜ਼ੂਰ ਹੈ। ਤ੍ਰੈ ਗੁਣ ਮੇਟੇ ਚੌਥੈ ਚਿਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਤ੍ਰੈ ਗੁਣ ਮੇਟੇ ਚੌਥੈ ਵਰਤੈ, ਇਹਾ ਭਗਤ ਨਿਰਾਰੀ। ਗੁਰਮੁਖ ਜੋਗ ਸ਼ਬਦ ਆਤਮ ਚੀਨੈ, ਹਿਰਦੈ ਏਕ ਮੁਰਾਰੀ। ਮਨੁਆ ਅਸਚਰ ਸ਼ਬਦੇ ਰਾਤਾ, ਇਹ ਕਰਨੀ ਸਾਰੀ। ਤੇ ਤੀਸਰੇ ਪਿਤਾ ਵੀ ਕਹਿੰਦੇ ਹਨ, ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੈ ਸੋਈ। ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੈ ਪ੍ਰਭ ਸੋਈ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹਨ, ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾਂ ਮਨ ਚੂਕੈ ਅਹੰਕਾਰੋ। ਅੰਤਰ ਬਾਹਰ ਏਕੋ ਜਾਣੈ, ਤਾਂ ਹਰ ਨਾਮ ਲੱਗੋ ਪਿਆਰੋ। ਗੁਰੂ ਨਾਨਕ ਸਾਹਿਬ ਜੀ ਸਿੱਧ ਗੋਸ਼ਟ ਵਿੱਚ ਕਹਿੰਦੇ ਹਨ, ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾਂ ਮਨ ਚੂਕੈ ਅਹੰਕਾਰੋ। ਅੰਤਰ ਬਾਹਰ ਏਕੋ ਜਾਣੈ, ਤਾਂ ਹਰ ਨਾਮ ਲੱਗੈ ਪਿਆਰੋ। ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ। ਤ੍ਰੈ ਗੁਣ ਤਿਆਗ ਦੁਰਜਨ ਮੀਤ, ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਣੇ। ਤ੍ਰੈਹਾਂ ਗੁਣਾਂ ਤੇ ਰਹਿ ਨਰਾਰਾ, ਸੋ ਗੁਰਮੁਖ ਸੋਭਾ ਪਾਏਂਦਾ। ਸੋ ਇਹਨਾਂ ਪੰਕਤੀਆਂ ਨੂੰ ਵਿਚਾਰਨ ਨਾਲ ਹੀ ਸਤੋ ਗੁਣ, ਰਜੋ ਗੁਣ, ਤਮੋ ਗੁਣ ਤੋਂ ਰਹਿਤ ਹੋਇਆ ਜਾ ਸਕਦਾ ਹੈ, ਤੇ ਸੁੱਖ ਦੁੱਖ ਵਿੱਚ ਸਮਬਿਰਤੀ ਰੱਖੀ ਜਾ ਸਕਦੀ ਹੈ, ਤੇ ਸਦਾ ਲਈ ਸੁਖੀ ਹੋਇਆ ਜਾ ਸਕਦਾ ਹੈ। ਗੁਰਬਾਣੀ ਬੋਲਦਿਆਂ ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ ਜੀ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।